ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਕਥਾ ਵਿਚਾਰ ਸਰਵਣ ਕਰ ਰਹੇ ਹੋ। 12ਵੀਂ ਅਸ਼ਟਪਦੀ ਦੀ ਦੂਸਰੀ ਪੌੜੀ ਆਪ ਜੀ ਨੇ ਸਰਵਣ ਕੀਤੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 12ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਅੱਜ ਕੀ ਉਪਦੇਸ਼ ਦੇ ਰਹੇ ਹਨ, ਕੀ ਸਾਨੂੰ ਸਮਝਾ ਰਹੇ ਹਨ, ਆਓ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੋਟ ਕਰਮ ਕਰੇ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਕੋਟ ਕਰਮ ਕਰੇ ਹਉ ਧਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 12ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਵਿੱਚ ਫਰਮਾਉਂਦੇ ਹਨ, ਕੋਟ ਕਰਮ ਕਰੇ, ਭਾਵ ਕਿ ਕਰੋੜਾਂ ਹੀ ਕਰਮ ਜੀਵ ਇਹ ਮਨੁੱਖ ਕਰਦਾ ਹੈ, ਚੰਗੇ ਕਰਮ ਕਰਦਾ ਹੈ, ਪੁੰਨ ਦਾਨ ਕਰਦਾ ਹੈ। ਹਉ ਧਾਰੇ, ਹਉ ਦਾ ਅਰਥ ਹੈ ਹਉਮੈ। ਤੇ ਅਗਲੀ ਪੰਕਤੀ ਵਿੱਚ ਸਤਿਗੁਰੂ ਫਰਮਾਉਂਦੇ ਨੇ, ਸ਼ਰਮ ਪਾਵੈ ਸਗਲੇ ਬਿਰਥਾਰੀ। ਸ਼ਰਮ ਦਾ ਅਰਥ ਹੈ ਕਿ ਥਕੇਵਾਂ, ਭਾਵ ਕਿ ਥੱਕ ਟੁੱਟ ਕੇ ਇਸ ਕਰਮਾਂ ਨੂੰ ਕਰਨਾ ਕੀਤਾ, ਚੰਗੇ ਕਰਮਾਂ ਨੂੰ ਕੀਤਾ, ਭਾਵ ਕਿ ਥੱਕ ਟੁੱਟ ਕੇ ਸਰੀਰ ਦੇ ਕਸ਼ਟ ਦੇ ਕੇ ਮਿਹਨਤ ਕਰਕੇ ਚੰਗਾ ਪੈਸਾ ਕਮਾਇਆ, ਉਸ ਪੈਸੇ ਦੇ ਨਾਲ ਚੰਗੇ ਕਰਮ ਕੀਤੇ, ਪੁੰਨ ਦਾਨ ਕੀਤੇ। ਪਰ ਸਤਿਗੁਰੂ ਕਹਿੰਦੇ ਹਨ ਕਿ ਜੇ ਇਹ ਚੰਗੇ ਕਰਮ ਕੀਤੇ, ਪੁੰਨ ਦਾਨ ਕੀਤੇ, ਕੋਟ ਕਰਮ, ਕਰੋੜਾਂ ਹੀ ਕਰਮ ਚੰਗੇ ਕੀਤੇ, ਪਰ ਜੇ ਹਉਮੈ ਦੇ ਵਿੱਚ ਕੀਤੇ ਨੇ, ਕੋਟ ਕਰਮ ਕਰੇ ਹਉ ਧਾਰੀ, ਜੇ ਤਾਂ ਹਉਮੈ ਦੇ ਵਿੱਚ ਕੀਤੇ ਨੇ, ਸ਼ਰਮ ਪਾਵੇ। ਸਤਿਗੁਰੂ ਫਰਮਾਉਂਦੇ ਹਨ ਕਿ ਥਕੇਵਾਂ, ਜਿੰਨਾ ਥਕੇਵਾਂ ਚੱਲਿਆ ਸਗਲੇ ਬਿਰਥਾਰੀ। ਵੀ ਸਾਰੇ ਹੀ ਇਹ ਕਰੋੜਾਂ ਹੀ ਕਰਮ, ਚੰਗੇ ਕਰਮ ਜੇ ਤੂੰ ਕੀਤੇ ਸਨ ਪੁੰਨ ਦਾਨ, ਪਰ ਇਹ ਜੇ ਤੂੰ ਹਉਮੈ ਦੇ ਵਿੱਚ ਕਰ ਬੈਠਾ ਤੇ ਸਗਲੇ ਹੀ ਬਿਰਥਾਰੀ, ਸਾਰੇ ਹੀ ਨੈਫਲ ਚਲੇ ਜਾਣਗੇ। ਜੇ ਹੰਕਾਰ ਦੇ ਵਿੱਚ ਕਰ ਦਿੱਤੇ, ਜੇ ਇਸ ਦਾ ਕੋਈ ਗੁਮਾਨ ਹੋ ਗਿਆ, ਹੰਕਾਰ ਹੋ ਗਿਆ, ਤੇ ਕੋਈ ਵੀ ਇਹ ਕਰੋੜਾਂ ਕਰਮਾਂ ਵਿੱਚੋਂ ਇੱਕ ਵੀ ਤੇਰਾ ਸਾਥ ਨਹੀਂ ਦੇਵੇਗਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਉਂਦੇ ਨੇ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ। ਗੁਮਾਨ ਦਾ ਅਰਥ ਵੀ ਹੰਕਾਰ। ਤੀਰਥਾਂ ਦੇ ਗਿਆ, ਵਰਤ ਵੀ ਰੱਖੇ, ਅਰਦਾਨ ਵੀ ਕੀਤਾ, ਪਰ ਮਨ ਦੇ ਵਿੱਚ ਧਰੇ ਗੁਮਾਨ, ਭਾਵ ਕਿ ਹੰਕਾਰ ਆ ਗਿਆ। ਸਤਿਗੁਰੂ ਫਰਮਾਉਂਦੇ, ਨਾਨਕ ਨੇਫਲ ਜਾਤ ਤੇਹ ਜਿਉ ਕੂੰਚਰ ਇਸ਼ਨਾਨ। ਕੂੰਚਰ ਭਾਵ ਹਾਥੀ, ਕਿ ਜਿਵੇਂ ਹਾਥੀ ਨੂੰ ਨਹਾ ਦਈਏ ਤੇ ਪਰ ਬਾਹਰ ਆ ਕੇ ਫਿਰ ਉਹ ਖੇਡ ਆ ਕੇ ਆਪਣੇ ਆਪ ਨੂੰ ਲਪੇਟ ਦਿੰਦਾ ਆਪਣੀ ਸੁੰਡ ਦੇ ਨਾਲ। ਇਸ ਤਰ੍ਹਾਂ ਕਹਿੰਦੇ ਨੇ ਕਿ ਜੇ ਤੂੰ ਹਉਮੈ ਨੂੰ ਕਰ ਲਿਆ, ਹਉਮੈ ਦੇ ਵਿੱਚ ਰਹਿ ਕੇ, ਹੰਕਾਰ ਦੇ ਵਿੱਚ ਰਹਿ ਕੇ ਇਹ ਕਰਮ ਕੀਤੇ, ਤੇ ਸਾਰੇ ਹੀ ਬਿਰਥਾਰੇ ਜਾਣਗੇ, ਭਾਵ ਕਿ ਸਗਲੇ ਹੀ ਨਿਫਲ ਹੋ ਜਾਣਗੇ। ਅਨੇਕ ਤਪੱਸਿਆ ਕਰੇ ਅਹੰਕਾਰ, ਅਨੇਕਾਂ ਹੀ ਤਰੀਕਿਆਂ ਦੇ ਨਾਲ, ਅਨੇਕਾਂ ਪ੍ਰਕਾਰ ਦੇ ਨਾਲ ਤਪੱਸਿਆ ਕੀਤੀ, ਪਰ ਜੇ ਉਹ ਤਪੱਸਿਆ ਨੇ ਵੀ ਹੰਕਾਰ ਕਰ ਲਿਆ, ਸਤਿਗੁਰੂ ਫਰਮਾਉਂਦੇ ਨੇ, ਨਰਕ ਸੁਰਗ ਫਿਰ ਫਿਰੇ ਅਵਤਾਰ। ਉਹ ਤਪੱਸਿਆ ਦਾ ਫਲ ਤੇ ਮਿਲੇਗਾ, ਭਾਵ ਕਿ ਨਰਕ ਸੁਰਗ, ਭਾਵ ਜਿਵੇਂ ਰੋੜੇ ਨੂੰ
ਪਹਾੜ ਤੋਂ ਉੱਤੋਂ ਸੁੱਟ ਦਿੱਤਾ ਜਾਵੇ, ਠੇਡੇ ਖਾਂਦਾ ਹੋਇਆ ਥੱਲੇ ਡਿੱਗ ਪਵੇਗਾ। ਇਸੇ ਤਰ੍ਹਾਂ ਹੀ ਤਪੱਸਿਆ ਕੀਤੀ, ਬੜੇ ਅਨੇਕਾਂ ਤਰੀਕਿਆਂ ਨਾਲ ਕੀਤੀ, ਪਰ ਉਸ ਦਾ ਹੰਕਾਰ ਹੋ ਗਿਆ। ਜੇ ਅਹੰਕਾਰ ਦੇ ਵਿੱਚ ਰਹਿ ਕੇ ਕੀਤੀ, ਸਤਿਗੁਰੂ ਕਹਿੰਦੇ ਕਿ ਉਸੇ ਤਰ੍ਹਾਂ ਹੀ ਜੀਵ ਨੂੰ ਸੁਰਗ ਦੇ ਵਿੱਚੋਂ ਨਰਕਾਂ ਵੱਲ ਨੂੰ ਸੁੱਟ ਦਿੱਤਾ ਜਾਵੇਗਾ, ਠੇਡੇ ਖਾਂਦਾ ਹੋਇਆ ਫਿਰ ਨਰਕਾਂ ਵਿੱਚ ਜਾਵੇਗਾ ਤੇ ਫਿਰ ਅਵਤਾਰ ਭਾਵ ਕੀ ਜਨਮੇਗਾ, ਮਰੇਗਾ, ਜਨਮ ਜਨਮ ਦੇ ਗੇੜੇ ਦੇ ਵਿੱਚ ਚਲੇ ਜਾਵੇਗਾ, ਭਟਕਣਾ ਦੇ ਵਿੱਚ ਪੈ ਜਾਵੇਗਾ। ਅਨੇਕ ਜਤਨ ਕਰ ਆਤਮ ਨਹੀਂ ਦਰਵੈ। ਸਤਿਗੁਰ ਕਿਰਪਾ ਕਰਦੇ ਹਨ ਕਿ ਅਨੇਕਾਂ ਹੀ ਯਤਨ ਕੀਤੇ, ਅਨੇਕਾਂ ਹੀ ਉਦਮ ਕੀਤੇ, ਪਰ ਪਰਮੇਸ਼ਰ ਅਕਾਲ ਪੁਰਖ ਨੂੰ ਪਾਉਣ ਵਾਸਤੇ, ਪਰਮੇਸ਼ਰ ਅਕਾਲ ਪੁਰਖ ਨੂੰ ਆਰਾਧਿਆ ਕਿ ਪਰਮੇਸ਼ਰ ਅਕਾਲ ਪੁਰਖ ਦੀ ਬੰਦਗੀ ਕੀਤੀ, ਪਰ ਆਤਮ ਨਹੀਂ ਦਰਵੇ। ਦਰਵੇ ਦਾ ਅਰਥ ਭਾਵ ਕਿ ਤੇਰਾ ਹਿਰਦਾ ਕੋਮਲ ਨਹੀਂ ਹੋਇਆ, ਭਾਵ ਕਿ ਤੈਨੂੰ ਪਰਮੇਸ਼ਰ ਅਕਾਲ ਪੁਰਖ ਵਾਸਤੇ ਪਿਆਰ ਨਹੀਂ ਜਾਗਿਆ। ਤੇ ਸਤਿਗੁਰੂ ਕਹਿੰਦੇ ਅਨੇਕਾਂ ਹੀ ਯਤਨ ਜੇ ਕੀਤੇ ਤੇ ਪਿਆਰ ਹੀ ਨਹੀਂ ਜਾਗਿਆ, ਹਿਰਦਾ ਨਹੀਂ ਕੋਮਲ ਹੋਇਆ, ਤੇ ਹਰ ਦਰਗਹਿ ਕਉ ਕੈਸੇ ਗਵੇ। ਤਾਂ ਹਰੀ ਪਰਮੇਸ਼ਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਕਿਵੇਂ ਜਾਵੇਂਗਾ? ਗਵੇ ਦਾ ਅਰਥ ਭਾਵ ਕਿ ਕਿਵੇਂ ਜਾਵੇਂਗਾ, ਤਾਂ ਗਵੇ ਦਾ ਅਰਥ ਹੈ ਕਿ ਉਸ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਉਸ ਅਕਾਲ ਪੁਰਖ ਦੀ ਸ਼ੋਭਾ, ਉਸ ਦੀ ਗੁਣ, ਉਸ ਦਾ ਜਸ ਕਿਵੇਂ ਗਾਵੇਗਾ। ਆਪ ਸਕੋ ਜੋ ਭਲਾ ਕਹਾਵੇ। ਤੇ ਆਪਣੇ ਆਪ ਨੂੰ ਜਿਹੜਾ ਜੀਵ ਚੰਗਾ ਚੰਗਾ ਕਵੇ, ਭਾਵ ਕਿ ਭਲਾ ਕਹਾਵੇ ਕਿ ਮੈਂ ਬਹੁਤ ਚੰਗੇ ਕਰਮ ਕਰਦਾ, ਸਤਿਗੁਰ ਕਿਰਪਾ ਕਰਦੇ ਨੇ ਤਿਸੇ ਭਲਾਈ ਨਿਕਟ ਨਾ ਆਵੇ। ਤੇ ਸਤਿਗੁਰੂ ਜਿਹੜਾ ਆਪਣੇ ਆਪ ਨੂੰ ਜਨਾਉਂਦਾ ਕਿ ਮੈਂ ਬੜਾ ਚੰਗਾ ਆ, ਮੈਂ ਬੜਾ ਹੀ ਚੰਗੇ ਗੁਣ ਧਾਰਨ ਕਰਦਾ, ਇਹਦੇ ਭਾਵ ਕਿ ਮੈਂ ਚੰਗਾ ਹਰ ਇੱਕ ਦਾ ਭਲਾ ਸੋਚਦਾ, ਆਪਣੀ ਸੋਭਾ ਆਪ ਕਰੇ। ਇਸੇ ਕਰਕੇ ਦੁਨਿਆਵੀ ਤੌਰ ਤੇ ਵੀ ਅਸੀਂ ਜਦੋਂ ਆਪਣੀ ਸੋਭਾ ਆਪਣੀ ਮੁੱਖ ਚੋਂ ਕਰੀਏ ਤੇ ਅਗਲਿਆਂ ਨੂੰ ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਹਉਮੈ ਪਊਗੀ। ਇਸ ਕਰਕੇ ਕੋਈ ਦੂਸਰਾ ਬੰਦਾ ਤੁਹਾਡੀ ਸੋਭਾ ਕਰੇ, ਉਹ ਪਰਮੇਸ਼ਰ ਅਕਾਲ ਪੁਰਖ ਸੋਭਾ ਕਰਵਾ ਰਿਹਾ ਹੈ। ਇਸ ਕਰਕੇ ਆਪਣੇ ਮੁਖ ਦੇ ਵਿੱਚੋਂ ਆਪਣੀ ਸੋਭਾ ਨਹੀਂ ਜੱਜਦੀ। ਇੱਥੇ ਵੀ ਸਤਿਗੁਰੂ ਇਹੀ ਫਰਮਾਉਂਦੇ ਹਨ, ਆਪਸ ਕੋ ਜੋ ਭਲਾ ਕਹਾਵੇ। ਆਪਣੇ ਆਪ ਨੂੰ ਕੋਈ ਚੰਗਾ ਕਹੇ, ਆਪਣੇ ਆਪ ਨੂੰ ਭਲਾ ਕਹਾਵੇ। ਸਤਿਗੁਰੂ ਅੱਗੇ ਫਰਮਾਉਂਦੇ ਤਿਸੇ ਭਲਾਈ ਨਿਕਟ ਨਾ ਆਵੇ। ਤੇ ਤਿਸੇ ਭਲਾਈ, ਤਿਸੇ ਚੰਗਿਆਈ ਕਹਿੰਦੇ ਉਹਦੇ ਨੇੜੇ ਵੀ ਨਹੀਂ ਢੁਕਦੀ। ਜਿਹੜਾ ਆਪਣੇ ਆਪ ਨੂੰ ਜਨਾਵੇ ਮੈਂ ਬਹੁਤ ਚੰਗੇ ਕੰਮ ਕਰਦਾ ਆ, ਮੈਂ ਬਹੁਤ ਕੁਝ ਕਰਦਾ, ਕਿਉਂਕਿ ਫਲ ਨੀਵਿਆਂ ਰੁੱਖਾਂ ਨੂੰ ਲੱਗਦਾ। ਇਸ ਕਰਕੇ ਸਤਿਗੁਰ ਫਰਮਾਉਂਦੇ ਨੇ ਕਿ ਜਿਹੜਾ ਨੀਵਾਂ ਜਿਹਦੇ ਕੋਲ ਸਭ ਕੁਝ ਹੁੰਦਾ ਆ, ਤਾਣ ਹੁੰਦੇ ਹੋਏ ਨੇ ਤਾਣਾ, ਭਾਵ ਕਿ ਤਾਣ ਦਾ ਅਰਥ ਜ਼ੋਰ ਆ। ਤੇ ਇਸ ਕਰਕੇ ਜਿਸ ਕੋਲ ਤਾਣ ਆ, ਜਿਸ ਕੋਲ ਜ਼ੋਰ ਆ ਕਿਸੇ ਵੀ ਗੱਲ ਦਾ, ਉਹ ਨਿਤਾਣਾ ਬਣਿਆ ਰਹਿੰਦਾ ਹੈ, ਭਾਵ ਵੀ ਜ਼ਾਹਿਰ ਨਹੀਂ ਕਰਦਾ। ਉਸ ਦੀ ਸੋਭਾ ਜਿਨ੍ਹਾਂ ਨੇ ਦੇਖਿਆ ਹੁੰਦਾ, ਉਹ ਉਸਦੇ ਆਂਢੀ ਗਵਾਂਢੀ ਇਸ ਤਰ੍ਹਾਂ ਉਸ ਦੀ ਲੋਕ ਸੋਭਾ ਕਰਨ, ਫਿਰ ਉਸ ਪਰਮੇਸ਼ਰ ਅਕਾਲ ਪੁਰਖ ਆਪ ਉਸ ਦੀ ਸੋਭਾ ਕਰਵਾਉਂਦੇ ਨੇ। ਜਿਵੇਂ ਸਤਿਗੁਰ ਫਰਮਾਉਂਦੇ ਨੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਆਪਣੀ ਸੋਭਾ ਆਪ ਕਰਨ ਦੇ ਨਾਲ ਨਹੀਂ ਪਰਮੇਸ਼ਰ ਅਕਾਲ ਪੁਰਖ ਖੁਸ਼ ਹੁੰਦਾ। ਤੇ ਸਤਿਗੁਰ ਵੀ ਫਰਮਾਉਂਦੇ ਹਨ ਕਿ ਆਪਸ ਕੋ ਜੋ ਭਲਾ ਕਹਾਵੇ। ਜਿਹੜਾ ਬੰਦਾ ਆਪਣੇ ਆਪ ਨੂੰ ਭਲਾ ਕਹਾਵੇ, ਚੰਗਾ ਚੰਗਾ ਕਹੇ, ਕਿਸੇ ਭਲਾਈ ਨਿਕਟ ਨਾ ਆਵੇ। ਸਤਿਗੁਰੂ ਕਹਿੰਦੇ ਕਿ ਸਮਝ ਲਿਓ, ਸਤਿਗੁਰੂ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਇਹ ਚੀਜ਼ ਤੁਸੀਂ ਸਮਝ ਲਿਓ ਕਿ ਕਿਸੇ ਭਲਾਈ ਨਿਕਟ ਨਾ ਆਵੇ, ਵੀ ਉਹਦੇ ਲਾਗੇ ਭਲਾਈ, ਉਹਦੇ ਲਾਗੇ ਚੰਗੇ ਕਰਮ ਕਦੇ ਵੀ ਨਿਕਟ ਨਹੀਂ ਆ, ਤੁਹਾਨੂੰ ਭਰਮਾ ਰਿਹਾ ਹੈ। ਸਰਬ ਕੀ ਰੇਨ ਜਾ ਕਾ ਮਨ ਹੋਏ। ਸਾਰਿਆਂ ਦੀ ਚਰਨ ਰੇਨ, ਭਾਵ ਕਿ ਧੂੜ ਜਿਹਦਾ ਮਨ ਹੋ ਜਾਵੇ, ਜਿਸ ਦਾ ਮਨ ਹੀ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੁੜ ਕੇ, ਭਾਵ ਕਿ ਇਹ ਜਗਤ ਜਿਹੜਾ ਆ ਪਰਮੇਸ਼ਰ ਅਕਾਲ ਪੁਰਖ ਹਰੀ ਦਾ ਰੂਪ ਹੈ, ਸਾਰਿਆਂ ਦੇ ਵਿੱਚ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਵਸ ਰਿਹਾ ਹੈ। ਤੇ ਜਿਹਨੂੰ ਵੀ ਦੇਖੇ, ਭਾਵ ਕਿ ਸਤ ਸੰਗਤ ਦੀਆਂ ਘੜੀਆਂ ਜੇ ਪ੍ਰਾਪਤ ਕਰਦਾ ਹੈ, ਤੇ ਸੰਗਤ ਦੀ ਚਰਨ ਧੂੜ, ਭਾਵ ਕਿ ਰੇਨ ਚਰਨ ਧੂੜ ਹੈ। ਸਰਬ ਕੀ ਰੇਨ ਜਾ ਕਾ ਮਨ ਹੋਈ। ਸਾਰਿਆਂ ਦੀ ਜਿਨ੍ਹਾਂ ਦੀ ਚਰਨ ਧੂੜ ਬਣ ਜਾਵੇ, ਵੀ ਮਨ ਉਸਦਾ ਇੰਨਾ ਨਿਰਮਲ ਹੋ ਜਾਵੇ, ਇੰਨਾ ਕੋਮਲ ਹੋ ਜਾਵੇ ਹਿਰਦਾ, ਤੇ ਸਤਿਗੁਰ ਕਿਰਪਾ ਕਰਦੇ ਹਨ। ਕਹੋ ਨਾਨਕ ਤਾਂ ਕਿ ਨਿਰਮਲ ਸੋਏ। ਸਤਿਗੁਰ ਕਿਰਪਾ ਕਰਦੇ ਹਨ ਕਿ ਉਸ ਜੀਵ ਦੀ, ਉਸ ਮਨੁੱਖ ਦੀ ਫਿਰ ਨਿਰਮਲ, ਭਾਵ ਕਿ ਉਜਲ ਸੋਭਾ ਹੁੰਦੀ ਹੈ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਭਾਵ ਕਿ ਉਜਲ ਸੋਭਾ ਹੁੰਦੀ ਆ, ਸਾਰਾ ਜੱਗ ਹੀ ਉਸ ਦੀ ਉਸਤਤ ਕਰਦਾ ਹੈ। ਜਿਸ ਦਾ ਮਨ ਹਰ ਇੱਕ ਦੀ ਚਰਨ ਧੂੜ ਹੋ ਜਾਵੇ, ਭਾਵ ਕਿ ਇੰਨਾ ਨੀਵਾਂ ਹੋ ਜਾਵੇ, ਉਸਦਾ ਇੰਨਾ ਹਿਰਦਾ ਪਵਿੱਤਰ ਕੋਮਲ ਹੋ ਜਾਵੇ, ਭਾਵ ਕਿ ਕਿਸੇ ਦੀ ਨਿੰਦਾ ਸੁਣਦਾ ਨਹੀਂ ਆ,
ਨਾ ਕਿਸੇ ਦੀ ਨਿੰਦਾ ਕਰਦਾ ਹੈ। ਉਸ ਅਕਾਲ ਪੁਰਖ ਦੀ ਰਜਾ ਦੇ ਵਿੱਚ ਜਿਹੜਾ ਰਹਿਣ ਲੱਗ ਜਾਵੇ, ਜਿਹੜਾ ਸਾਰਿਆਂ ਦੀ ਚਰਨ ਧੂਣ ਰਹਿਣਾ ਬਣ ਜਾਵੇ। ਸਤਿਗੁਰ ਫਰਮਾਉਂਦੇ ਨੇ ਤਿਲ ਕਹੋ ਨਾਨਕ ਤਲ ਕੀ ਨਿਰਮਲ ਸੋਏ, ਭਾਵ ਕਿ ਉਸਦੀ ਉਜਲ ਸੋਭਾ ਹੁੰਦੀ ਹੈ। ਆਪ ਸਮੂਹ ਸੰਗਤਾਂ ਨੇ ਹੀ 12ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਸਰਵਣ ਕੀਤੀ। ਬੇਅੰਤ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ, ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ। ਇਸੇ ਤਰ੍ਹਾਂ ਹੀ ਚੌਥੀ ਪੌੜੀ ਦੀ ਕਥਾ ਵਿਚਾਰ ਹੋਵੇਗੀ। ਆਪ ਸਮੂਹ ਸੰਗਤਾਂ ਨੇ ਨਿਰਵਿਘਤਾ ਸਹਿਤ ਸਤਿਗੁਰੂ ਜੀ ਸ੍ਰੀ ਸੁਖਮਨੀ ਸਾਹਿਬ ਦੇ ਸੰਪੂਰਨ ਭੋਗ ਪਵਾਉਣਗੇ। ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਆ, ਭਾਵ ਕਿ ਮੱਧ ਭਾਗ ਦੀਆਂ ਅਸੀਂ 12ਵੀਂ ਅਸ਼ਟਪਦੀ ਆ ਗਈ ਆ। 24 ਅਸ਼ਟਪਦੀਆਂ ਸ੍ਰੀ ਸੁਖਮਨੀ ਸਾਹਿਬ ਦੀਆਂ ਨੇ। ਨਿਰਵਿਘਤਾ ਸਹਿਤ ਸਤਿਗੁਰਾਂ ਨੇ ਭੋਗ ਪਵਾਉਣੇ ਨੇ। ਆਪ ਸਮੂਹ ਸੰਗਤਾਂ ਨੇ ਹੀ ਨਿਰਵਿਘਤਾ ਸਹਿਤ ਹੀ ਸ੍ਰੀ ਸੁਖਮਨੀ ਸਾਹਿਬ ਦੀ ਸੰਪੂਰਨ ਕਥਾ ਵਿਚਾਰ ਸਰਵਣ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।